जल बिना ता जीवन नाही, जाने कुल लुकाई। जल दा सब सत्कार करो, एहो बेनती भाई। अन्न दा दाना ताही पुंगरे, अन्न दा दाना ताही पुंगरे, जे मिलदा है जल। आजो कदे बुलाइए ना, जल है ता कल। कर कर नल, कर कर जल, कर कर नल, कर कर जल। जल जीवन दा मिशन बना के लभ्या इसदा हल। जल विभाग दे उद्यम सदका मार लैनी है मल। कर कर नल, कर कर जल, 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 कर कर नल, कर कर जल। बहुत ही प्यारे पंजाबीओ, खास तौर ते पिंडां विच वसदे मेरे पंजाबी वीरो ते भैणों, जल सप्लाई ते सैनीटेशन विभाग पंजाब दे वल्लों हफ्तावारी प्रोग्राम जल है तां कल है एपीसोड लैके मैं बाल मुकुंद शर्मा तुहाडी सेवा 'च हाज़र हाँ। दोस्तों, तुसीं जानदे ही हो इस प्रोग्राम विच असीं पहले भाग विच जल जीवन मिशन की चर्चा करते हैं तो दूजे भाग दे विच घर घर नल घर घर जल पिंडां दे विच जाके तुहाडे लोकां दे व्यूज़ जिहड़े आ तुहाडे विचार है वो साझे करके तुहानूं दिखाउने आ। ते अज जो असीं विशा चुनिया है वो है पिंडां दे विच 24 घंटे जल सप्लाई यकीनी किवें बनाउंदा महकमा। ते उस अहम कारज नूं जिन्हां ने हत्थीं कीता कारज संपन्न कीते उन्हां नूं असीं अज माहर बनाया। ते असीं अज बुलाया है अपने स्टूडियो विच निगरान इंजीनियर पटियाला सेवा मुक्त हो चुके आ, पर हुण इहो सरफेस वाटर प्रोजैक्टां दे प्रोजैक्ट डायरैक्टर इंजीनियर सुखविंदर सिंह जी। तो इस विषय ते समाजिक पक्ष का चानना पाउण लई असीं सद्दा दित्ता जो इन्हां विषयां दे समाजिक विषयां दे माहर ने और स्टेट लैवल के कम्यूनीकेशन कोआर्डीनेटर ने श्री कुलदीप गांधी जी। सत श्री अकाल जी। मैं तुहाडे वल्लों विभाग वल्लों अपनी वल्लों स्वागत करना इंजीनियर सुखविंदर सिंह जी नूं ते गांधी जी नूं। ते गलबात शुरू करते हैं सुखविंदर सिंह जी तो कि प्रोजैक्ट डायरैक्टर तुसीं हो 24 घंटे वाटर सप्लाई दे, जिवें मैं अपने ओपनिंग रिमार्क्स गल कही सी कि 24 घंटे जल सप्लाई पिंडां विच देनी एक बहुत वड्डा कारज आ। इस कारज नूं जो तुसीं नेपरे चाढ़िया सी, क्योंकि विभाग तो मैनूं पता लगा सी तुहाडा एक बहुत अहम रोल रहा वा, तां तुहानूं पुछना मेरा बहुत वाजिब आ कि लोकां दी भागीदारी दी किन्नी की इंपॉर्टेंस सी, महत्ता सी, ते उन्हां दी सलाह जिहड़ी आ वो तुसीं किवें लई? शर्मा जी, इस बारे मैं तुहानूं बैकग्राउंड च बारे दसना चाहूँगा। पंजाब च ਵੱਖ-ਵੱਖ ਏਰੀਏ 'ਚ ਵੱਖ-ਵੱਖ ਪਿੰਡਾਂ 'ਚ ਪਾਣੀ ਦੀਆਂ ਜੋ ਸਮੱਸਿਆਵਾਂ ਨੇ ਹਰ ਪਿੰਡ 'ਚ ਅਲੱਗ ਕਿਸਮ ਦੀਆਂ ਨੇ। ਜਦੋਂ ਅਸੀਂ ਪਿੰਡ ਵਿੱਚ ਜਾ ਕੇ ਗ੍ਰਾਮ ਸਭਾ ਦਾ ਇਜਲਾਸ ਬੁਲਾਈਏ, ਸਾਰੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਗੱਲ ਸੁਣੀਏ, ਤਾਂ ਹੀ ਸਾਨੂੰ ਪਾਣੀ ਦੀ ਸਮੱਸਿਆ ਬਾਰੇ ਕੁਆਲਿਟੀ ਹੈ ਜਾਂ ਕੋਈ ਹੋਰ ਪ੍ਰੋਬਲਮ ਆ ਜਾਂ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ, ਗਿਆਨ ਮਿਲਦਾ ਉਹਦਾ ਸਮੇਂ ਸਿਰ ਨਹੀਂ ਮਿਲ ਰਿਹਾ, ਤੇ ਤਾਂ ਹੀ ਅਸੀਂ ਜਾਣ ਸਕਾਂਗੇ। ਜੇ ਅਸੀਂ ਸਮੱਸਿਆ ਨੂੰ ਪੂਰੀ ਤਰ੍ਹਾਂ ਜਾਣ ਸਕਾਂਗੇ ਤੇ ਤਾਂ ਹੀ ਅਸੀਂ ਉਹਨੂੰ ਹੱਲ ਕਰ ਸਕਾਂਗੇ। ਇਸ ਲਈ ਜੋ ਪੀਣ ਵਾਲੇ ਪਾਣੀ ਦਾ ਇਹ ਸਮੱਸਿਆਵਾਂ ਨੇ, ਇਹਨਾਂ ਦੇ ਸਹੀ ਹੱਲ ਲਈ, ਸੰਤੁਸ਼ਟੀਜਨਕ ਹੱਲ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਹੀ ਅਹਿਮ ਆ, ਬਹੁਤ ਹੀ ਜ਼ਰੂਰੀ ਹੈ। ਇਸ ਤੋਂ ਬਿਨਾਂ ਇਹ ਸਪਲਾਈ ਇਸ ਢੰਗ ਨਾਲ ਸਾਰੇ ਲੋਕਾਂ ਦੀ ਤਸੱਲੀ ਅਨੁਸਾਰ ਨਹੀਂ ਦਿੱਤੀ ਜਾ ਸਕਦੀ। ਯਕੀਨੀ ਬਣਾਉਣ ਵਾਸਤੇ ਲੋਕ ਦੀ ਇੰਪੋਰਟੈਂਸ ਬਹੁਤ ਰੱਖਦੇ ਆ। ਹਾਂਜੀ। ਤੇ ਮੈਂ ਇਹ ਗੱਲਬਾਤ ਨੂੰ ਅੱਗੇ ਤੋਰਨ ਵਾਸਤੇ ਗਾਂਧੀ ਤੁਹਾਡੇ ਕੋਲ ਆ ਰਿਹਾ ਕਿ ਜਦੋਂ ਇਹਨਾਂ ਨੇ ਐਸਸੀ ਸਾਹਿਬ ਨੇ ਗੱਲ ਕੀਤੀ ਆ ਕਿ ਲੋਕਾਂ ਦੇ ਉਪਰਾਲੇ ਵੀ ਨਾਲ ਚਾਹੀਦੇ ਆ, ਤੇ ਇਹ ਆਪਾਂ ਜੇ ਆਮ ਲੋਕਾਂ ਨਾਲ ਸਾਂਝੇ ਕਰਨੇ ਹੋਣ ਕਿ ਕਿਸ ਤਰ੍ਹਾਂ ਦੇ ਉਪਰਾਲੇ ਰਿਹਾ ਜਿਹੜੇ ਲੋਕਾਂ ਵੱਲੋਂ ਕੀਤੇ ਜਾਣੇ ਚਾਹੀਦੇ ਹੁੰਦੇ ਆ। ਮੈਂ ਤੁਹਾਨੂੰ ਇਸ ਦੇ ਬਾਰੇ ਦੱਸਣਾ ਚਾਹੂੰਗਾ ਕਿ ਜਿਹੜੀ 24 ਘੰਟੇ ਜਲ ਸਪਲਾਈ ਪਿੰਡਾਂ ਦੇ ਵਿੱਚ ਸਹੂਲਤ ਹੈਗੀ ਹੈ, ਇਹ ਸਹੂਲਤ ਬਣਾਉਣ ਦੇ ਲਈ ਪਿੰਡ ਵਾਸੀਆਂ ਨੂੰ ਥੋੜ੍ਹਾ ਜਿਹਾ ਉੱਦਮ ਕਰਨ ਦੀ ਹੀ ਲੋੜ ਪੈਂਦੀ ਹੈ। ਇਹਦੇ ਵਿੱਚ ਕੋਈ ਬਹੁਤ ਵੱਡਾ ਮਸਲਾ ਨਹੀਂ ਹੈ, ਨਾ ਹੀ ਕੋਈ ਰੋਕਟ ਸਾਇੰਸ ਇਨਵੋਲਵ ਹੈ। ਇਹਦੇ ਵਿੱਚ ਪਲੈਨਿੰਗ ਦੇ ਨਾਲ ਆਪਾਂ ਕੋਈ ਵੀ ਪਿੰਡ ਹੈ ਉਸ ਦੀ ਜਲ ਸਪਲਾਈ ਨੂੰ ਆਪਾਂ 24 ਘੰਟੇ ਵਾਲੀ ਜਲ ਸਪਲਾਈ ਬਣਾ ਸਕਦੇ ਹਾਂ। ਜਿਸ ਤਰ੍ਹਾਂ ਮੈਂ ਤੁਹਾਨੂੰ ਉਦਾਹਰਨ ਦੇ ਤੌਰ 'ਤੇ ਦੱਸਣਾ ਚਾਹੂੰਗਾ ਕਿ ਆਪਣੇ ਘਰ ਦੇ ਵਿੱਚ ਇੱਕ ਟੈਂਕੀ ਹੈਗੀ, ਆਪਾਂ ਉਹਨੂੰ ਭਰ ਲੈਂਦੇ ਹਾਂ ਔਰ ਉਹਦੇ ਪਾਣੀ ਨੂੰ ਆਪਾਂ ਜਦੋਂ ਜ਼ਰੂਰਤ ਅਨੁਸਾਰ ਵਰਤਦੇ ਹੈਗੇ ਹਾਂ ਔਰ ਉਹਦੀ ਟੂਟੀ ਨੂੰ ਆਪਾਂ ਬੰਦ ਰੱਖਦੇ ਹਾਂ ਔਰ ਉਹ ਪਾਣੀ ਨੂੰ ਵੇਸਟ ਨਹੀਂ ਹੋਣ ਦਿੰਦੇ। ਉਸੇ ਤਰੀਕੇ ਨਾਲ ਹੀ ਆਪਾਂ
ਸਮੁੱਚੇ ਪਿੰਡ ਦੇ ਜਿਹੜੇ ਘਰਾਂ ਨੂੰ ਹੈ ਉਹ ਪਾਣੀ ਜਦੋਂ ਲੋੜ ਹੋਵੇ ਉਦੋਂ ਆਪਾਂ ਟੂਟੀ ਚਲਾਈਏ ਔਰ ਅਦਰਵਾਈਜ਼ ਆਪਾਂ ਟੂਟੀ ਨੂੰ ਬੰਦ ਰੱਖੀਏ। ਪਾਣੀ ਨੂੰ ਜਿਹੜਾ ਆਪਾਂ ਵੇਸਟ ਨਹੀਂ ਹੋਣ ਦੇਣਾ। ਨੰਬਰ 2, ਇਹਦੇ ਵਿੱਚ ਇੱਕ ਹੋਰ ਕੰਮ ਕਰਨਯੋਗ ਹੁੰਦਾ ਹੈ ਕਿ ਜਿਵੇਂ ਆਪਣੇ ਘਰ ਦੀ ਟੈਂਕੀ ਹੈਗੀ ਹੈ, ਉਸ ਟੈਂਕੀ ਦੇ ਵਿੱਚ ਇੱਕ ਮੈਂ ਉਦਾਹਰਨ ਦੇ ਤੌਰ ਤੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਕ ਛੋਟੀ ਜਿਹੀ ਫੁੱਟਬਾਲ ਕਹਿ ਦਿੰਦੇ ਆ ਪਿੰਡਾਂ 'ਚ ਆਮ ਤੌਰ ਤੇ, ਵੈਸੇ ਉਹਨੂੰ ਟੈਕਨੀਕਲੀ ਫਲੋਟਿੰਗ ਵਾਲਵ ਕਿਹਾ ਜਾਂਦਾ ਹੈ। ਉਹ ਜਿਹੜਾ ਵਾਲਵ ਆਪਾਂ ਜਦੋਂ ਟੈਂਕੀ 'ਚ ਲਾ ਦਿੰਦੇ ਆ ਤੇ ਟੈਂਕੀ ਜਦੋਂ ਭਰਦੀ ਹੈ ਉਹ ਪਾਣੀ ਨੂੰ ਓਵਰਫਲੋ ਨਹੀਂ ਹੋਣ ਦਿੰਦੀ, ਉਹ ਉੱਥੇ ਹੀ ਰੋਕ ਦਿੰਦੀ ਹੈ। ਉਵੇਂ ਜੇਕਰ ਆਪਾਂ ਨੂੰ ਹਰ ਘਰ ਦੇ ਵਿੱਚ ਆਪਣੀ ਜਿਹੜੀ ਟੈਂਕੀ ਲੱਗੀ ਹੈ ਉਸ ਟੈਂਕੀ ਦੇ ਵਿੱਚ ਆਪਾਂ ਨੂੰ ਫਲੋਟਿੰਗ ਵਾਲਵ ਲਾਉਣਾ ਚਾਹੀਦਾ ਹੈ ਤਾਂ ਜੋ ਟੈਂਕੀ ਭਰ ਜੇ ਔਰ ਟੈਂਕੀ ਦਾ ਓਵਰਫਲੋ ਨਾ ਆਪਾਂ ਨੂੰ ਦੱਸੇ ਵੀ ਟੈਂਕੀ ਭਰ ਗਈ, ਆਪਣੇ ਉੱਥੋਂ ਇੱਕ ਬੂੰਦ ਵੀ ਵੇਸਟ ਨਹੀਂ ਹੋਣੀ ਚਾਹੀਦੀ। ਤਾਂ ਇਹ ਜਿਹੜੇ 2 ਤਰੀਕੇ ਜਦੋਂ ਆਪਾਂ ਐਜ਼ ਏ ਖਪਤਕਾਰ, ਐਜ਼ ਏ ਪਿੰਡ ਵਾਸੀ, ਆਪਾਂ ਸਮੁੱਚੇ ਪਿੰਡ ਮਿਲ ਕੇ ਇੱਦਾਂ ਦੇ 2 ਕੰਮ ਨੂੰ ਕਰਾਂਗੇ ਤਾਂ ਆਪਣਾ ਪਿੰਡ ਹੈ ਜਿਹੜਾ 24 ਘੰਟੇ ਬਣਨ ਦੇ ਵਿੱਚ ਹੋਰ ਵੀ ਸੁਖਾਲਾ ਹੋ ਜਾਊਗਾ। ਮੈਂ ਐਸੀ ਸਾਹਿਬ ਤੁਹਾਡੇ ਕੋਲ ਦੁਬਾਰਾ ਆ ਰਿਹਾ ਕਿ ਜਦੋਂ ਤੁਸੀਂ ਗੱਲ ਕੀਤੀ ਕਿ ਲੋਕਾਂ ਦੀ ਸਲਾਹ ਜ਼ਰੂਰੀ ਆ, ਭਾਗੀਦਾਰੀ ਜ਼ਰੂਰੀ ਆ, ਪਰ ਇਹ ਕੰਮ ਆਪਣੇ ਆਪ 'ਚ ਇੰਨਾ ਸੁਖਾਲਾ ਵੀ ਨਹੀਂ, ਤਾਂ ਉਹਨਾਂ ਲੋਕਾਂ ਨੂੰ ਜਦੋਂ ਤੁਸੀਂ ਨਾਲ ਤੋਰਦੇ ਆ ਤਾਂ ਕਿਸ ਤਰ੍ਹਾਂ ਦੇ ਚੁਣੌਤੀਆਂ ਤੁਹਾਨੂੰ ਸੰਕਟ ਆਉਂਦੇ ਆ ਤੇ ਤੁਸੀਂ ਕਿਵੇਂ ਹੱਲ ਕਰਦੇ ਆ? ਕੋਈ ਉਦਾਹਰਨ ਦੇ ਕੇ ਸਮਝਾਓ। ਇਹ 'ਚ ਜਦੋਂ ਇਹ ਸਾਡਾ ਵਿਸ਼ਵ ਬੈਂਕ ਦਾ ਪ੍ਰੋਜੈਕਟ ਸ਼ਰਮਾ ਜੀ ਸਟਾਰਟ ਹੋਇਆ ਸੀ, ਇਹ 2009-10 ਦੀ ਗੱਲ ਆ। ਉਸ ਵੇਲੇ ਪਹਿਲਾਂ ਦੇ ਡਿਪਾਰਟਮੈਂਟ ਦੀ ਵਰਕਿੰਗ ਨਾਲੋਂ ਇਹ ਬਿਲਕੁਲ ਵੱਖਰੇ ਕਿਸਮ ਦਾ ਸੀ। ਪਹਿਲਾਂ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਪਬਲਿਕ ਨਾਲ ਇਸ ਤਰ੍ਹਾਂ ਵਿਚਾਰ ਵਟਾਂਦਰਾ ਨਹੀਂ ਸੀ ਕੀਤਾ ਜਾਂਦਾ, ਆਪਣੇ ਪੱਧਰ 'ਤੇ ਸਕੀਮਾਂ ਬਣਾਈਆਂ ਜਾਂਦੀਆਂ ਸਨ। ਪਰੰਤੂ ਜਦੋਂ ਇਸ ਪ੍ਰੋਜੈਕਟ ਆਇਆ ਅਤੇ ਅਸੀਂ ਪਿੰਡਾਂ 'ਚ ਪਹਿਲੇ ਸਾਲ ਸਟਾਰਟ ਕੀਤਾ ਤੇ ਪਿੰਡ ਪੱਧਰ 'ਤੇ ਕਮੇਟੀ ਬਣਾਈ ਜਿਹੜੀ ਕਿ ਕਮੇਟੀ ਪਿੰਡ ਦੇ ਸਾਰੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੀ ਸੀ। ਉਸ ਤੋਂ ਬਾਅਦ ਅਸੀਂ ਉਹਨਾਂ ਦੀ ਪਲੈਨਿੰਗ ਨਾਲ ਸਾਰਾ ਫਰੇਮਵਰਕ ਤਿਆਰ ਕੀਤਾ, ਐਸਟੀਮੇਟ ਸਰਕਾਰ ਤੋਂ ਪਾਸ ਕਰਾਇਆ, ਟੈਂਡਰ ਉਹਨਾਂ ਵੱਲੋਂ ਕਾਲ ਕੀਤੇ ਗਏ। ਜਦੋਂ ਕੰਮ ਸਟਾਰਟ ਹੋਇਆ ਸ਼ਰਮਾ ਜੀ, ਮਤਲਬ ਇੰਟਰਸਟਿੰਗ ਗੱਲ ਮੈਂ ਦੱਸਣੀ ਚਾਹੂੰਗਾ, ਜੇ ਲੋਕ ਸਾਰੇ ਪੜ੍ਹੇ ਲਿਖੇ ਨਹੀਂ ਹੁੰਦੇ ਪਰੰਤੂ ਉਹਨਾਂ ਦੀ ਆਬਜ਼ਰਵੇਸ਼ਨ ਪਾਵਰ ਬਹੁਤ ਹੁੰਦੀ ਹੈ, ਕਈ ਵਾਰੀ ਜ਼ਿਆਦਾ ਨੌਲੇਜ ਰੱਖਦੇ ਹੁੰਦੇ ਆ। ਅਤੇ ਜਦੋਂ ਅਸੀਂ ਉਹਨਾਂ ਨੂੰ ਨਾਲ ਵਿੱਚ ਸ਼ਾਮਲ ਕੀਤਾ ਅਤੇ ਉਹਨਾਂ ਨੇ ਜੋ ਕੰਮ ਕੀਤੇ ਜਿਹੜੇ ਸਰਕਾਰੀ ਅਫਸਰ ਹਰ ਵੇਲੇ ਪਿੰਡ 'ਚ ਰਹਿ ਕੇ ਨਹੀਂ ਸੀ ਕਰ ਸਕਦੇ, ਉਹਨਾਂ ਨੇ ਅਜਿਹੇ ਕੰਮ ਕੀਤੇ ਜਿਹਦੇ ਨਾਲ ਸਾਡੀ ਸਕੀਮਾਂ ਦੀ ਫਾਰ ਐਗਜ਼ਾਮਪਲ ਕਿੱਦਾਂ ਦੇ ਕੰਮ? ਜਿਸ ਤਰ੍ਹਾਂ ਜਦੋਂ ਅਸੀਂ ਪਿੰਡ 'ਚ ਪਾਈਪਲਾਈਨ ਪਾਉਂਦੇ ਆ, ਨਾਰਮਲੀ ਅਸੀਂ ਵਿਭਾਗ ਦੇ ਨਾਰਮਸ ਅਨੁਸਾਰ 1 ਮੀਟਰ ਡੂੰਘਾਈ 'ਤੇ ਪਾਉਣੀ ਪੈਂਦੀ ਆ ਤਾਂ ਕਿ ਕੋਈ ਭਾਰੀ ਵਾਹਨਾਂ ਨਾਲ ਉਹਦੀ ਲੀਕੇਜ ਨਾ ਹੋਵੇ, ਪਾਈਪ ਟੁੱਟ ਨਾ ਜਾਵੇ, ਡੂੰਘੇ ਰਵੇ ਉਹ। ਹਾਂ, ਇਹ ਗੱਲ ਅਸੀਂ ਲੋਕਾਂ ਨੂੰ ਸਿਖਾ ਦਿੱਤੀ ਵੀ ਕੋਈ ਵੀ ਪਿੰਡ ਤੁਹਾਡੇ ਪਿੰਡ 'ਚ ਪਾਈਪਲਾਈਨ ਪੈਣੀ ਆ, ਤੁਸੀਂ ਉਹਨੂੰ 1 ਮੀਟਰ ਡੂੰਘਾਈ 'ਤੇ ਹੀ ਪਾਉਣਾ। ਇਸ ਗੱਲ ਦਾ ਧਿਆਨ ਲੋਕਾਂ ਨੇ ਆਪਣੇ ਆਪ ਹੀ ਰੱਖਿਆ। ਇਸ ਤੋਂ ਇਲਾਵਾ ਜਦੋਂ ਅਸੀਂ ਟੈਂਕੀ ਬਣਾਉਂਦੇ ਆ, ਉਹ 'ਚ ਜਿੰਨਾ ਸਰੀਆ ਪਾਉਣਾ ਜਾਂ ਉਹ 'ਚ ਜਿੰਨਾ ਕੰਕਰੀਟ ਪੈਣਾ, ਉਹ 'ਚ ਕਿੰਨਾ ਸੀਮੈਂਟ ਪੈਣਾ, ਕਿੰਨਾ ਰੇਤਾ ਬਜਰੀ ਪੈਣਾ, ਰੇਸ਼ੋ ਉਹਦੀ ਜਿਹੜੀ ਰੇਸ਼ੋ ਆ, ਮਿਕਸਿੰਗ ਆ, ਉਹ ਵੀ ਅਸੀਂ ਉਹਨਾਂ ਦੇ ਸਪੁਰਦ ਕੀਤੀ ਅਤੇ ਉਹਨਾਂ ਨੇ ਇਹਦੀ ਬੜੀ ਨਿਗਰਾਨੀ ਕੀਤੀ। ਮਾਣ ਮਹਿਸੂਸ ਕਰਦੇ ਹੋ? ਬਿਲਕੁਲ ਮਾਣ ਮਹਿਸੂਸ ਕਰਦੇ ਹਾਂ, ਕਿਉਂਕਿ ਜਿਹੜਾ ਕੰਮ ਇੱਕ ਇੰਜੀਨੀਅਰ ਨੇ ਕਰਨਾ ਹੁੰਦਾ ਉਹ ਕੰਮ ਪਿੰਡ ਵਾਸੀ ਹੀ ਕਰਨ ਲੱਗ ਗਏ। ਅਤੇ ਗਾਂਧੀ ਸਾਹਿਬ, ਮੈਂ ਤੁਹਾਨੂੰ ਜਾਣਨਾ ਚਾਹੁੰਦਾ ਤੁਹਾਡੇ ਕੋਲ ਕਿ ਜਦੋਂ ਆਪਾਂ ਇੱਕ ਪਿੰਡ ਪੱਧਰ ਦੀਆਂ ਕਮੇਟੀਆਂ ਬਣਾਉਂਦੇ ਹਾਂ, GPWSC, ਉਹ ਸਾਡੇ ਲੋਕਾਂ ਨੂੰ ਚਾਨਣਾ ਪਾਓ ਵੀ ਉਹ ਕੀ ਹੁੰਦੀਆਂ, ਗਠਨ ਕਿਵੇਂ ਕਰਦੇ ਆ ਅਤੇ ਟ੍ਰੇਨਿੰਗ ਦੀ ਕਿਉਂ ਲੋੜ ਪੈਂਦੀ ਹੈ? ਮੈਂ ਇਸ ਬਾਰੇ ਤੁਹਾਨੂੰ ਸ਼ਾਰਟ ਦੇ ਵਿੱਚ ਦੱਸੂੰਗਾ ਕਿ ਹਰ ਗ੍ਰਾਮ ਪੰਚਾਇਤ ਦੇ ਅਧੀਨ ਇੱਕ ਪਿੰਡ ਦੀ ਜਲ ਸਪਲਾਈ ਨੂੰ ਦੀ ਸਾਂਭ ਸੰਭਾਲ ਕਰਨ ਦੇ ਲਈ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਹਰੇਕ ਪਿੰਡ ਦੇ ਵਿੱਚ ਬਣਾਈ ਜਾਂਦੀ ਹੈ ਔਰ ਇਸ ਕਮੇਟੀ ਦੇ ਵਿੱਚ ਪਿੰਡ ਦੀ ਵਸੋਂ ਦੇ ਅਨੁਸਾਰ ਮੈਂਬਰ ਲਏ ਜਾਂਦੇ ਔਰ ਸਾਡੇ ਵਿਭਾਗ ਦੇ ਅਧੀਨ ਕੰਮ ਕਰ ਰਹੇ ਸੋਸ਼ਲ ਸਟਾਫ, ਜਿਵੇਂ ਕਿ ਸੂਚਨਾ ਸਿੱਖਿਆ ਅਤੇ ਸੰਚਾਰ ਮਾਹਿਰ ਔਰ ਕਮਿਊਨਿਟੀ ਡਿਵੈਲਪਮੈਂਟ ਸਪੈਸ਼ਲਿਸਟ ਔਰ ਬਲਾਕ ਪੱਧਰ 'ਤੇ ਕੰਮ ਕਰ ਰਹੇ ਬਲਾਕ ਰਿਸੋਰਸ ਕੋਆਰਡੀਨੇਟਰਸ, ਇਹ ਸਾਰੇ ਸਟਾਫ ਮੈਂਬਰਸ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਦੇ ਗਠਨ ਦੇ ਲਈ ਗ੍ਰਾਮ ਸਭਾ ਦਾ ਇਜਲਾਸ ਕਰਾਉਣ ਦੇ ਵਿੱਚ ਮਦਦ ਕਰਦੇ ਨੇ ਔਰ ਪਿੰਡ ਵਾਸੀ ਜਿਹੜੇ ਹੈਗੇ ਨੇ ਆਪਣੀ ਇਜਲਾਸ ਦੇ ਵਿੱਚ ਇਕੱਠੇ ਹੋ ਕੇ ਆਪਣੇ ਮੈਂਬਰਸ ਨੂੰ ਕਮੇਟੀ ਦੇ ਵਿੱਚ ਚੁਣਦੇ ਨੇ ਔਰ ਮਹਿਲਾਵਾਂ 50% ਜਿਹੜੀਆਂ ਮਹਿਲਾਵਾਂ ਹੈ ਉਹਨਾਂ ਨੂੰ ਇਸ ਦੇ ਵਿੱਚ ਸ਼ਾਮਲ ਕਰਨ ਦੀ ਜਿਹੜੀ ਹੈ ਸ਼ਮੂਲੀਅਤ ਯਕੀਨੀ ਬਣਾਈ ਜਾਂਦੀ ਹੈ ਔਰ ਇਸ ਤਰੀਕੇ ਦੇ ਨਾਲ ਸਾਰੀਆਂ ਕਮੇਟੀਆਂ ਬਣਦੀਆਂ ਨੇ। ਇੱਥੇ ਨਾਲ ਹੀ ਦੱਸਣਾ ਹੈਗਾ ਕਿ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲੇ ਲਗਭਗ 10,000 ਤੋਂ ਉੱਪਰ
ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਬਣਾਈਆਂ ਜਾ ਚੁੱਕੀਆਂ ਸਾਡੇ ਵੱਲੋਂ, ਔਰ ਇਹ ਜਿਹੜੀਆਂ ਕਮੇਟੀਆਂ ਹੈਗੀਆਂ ਨੇ ਇਹਨਾਂ ਦੇ ਵੱਲੋਂ ਲਗਭਗ 5600 ਦੇ ਕਰੀਬ ਜਲ ਸਪਲਾਈ ਸਕੀਮਾਂ ਕਾਮਯਾਬੀ ਨਾਲ ਚਲਾਈਆਂ ਜਾ ਰਹੀਆਂ ਨੇ। ਤੇ ਅਖੀਰ ਵਿੱਚ ਮੈਂ ਐਸਸੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜਿਵੇਂ ਕਹਿੰਦੇ ਗਾਗਰ ਸਾਗਰ ਭਰਨਾ ਵੀ 24 ਆਵਰ 24 ਘੰਟੇ ਪਿੰਡਾਂ ਵਿੱਚ ਜਲ ਸਪਲਾਈ ਮੁਹੱਈਆ ਕਰਾਉਣ ਬਾਰੇ ਤੁਸੀਂ ਸੰਦੇਸ਼ ਕੀ ਦੇਣਾ ਚਾਹੋਗੇ ਲੋਕਾਂ ਨੂੰ? 24 ਘੰਟੇ ਸਪਲਾਈ ਪਾਣੀ ਦੀ ਦੇਣ ਲਈ ਜ਼ਿਆਦਾ ਪਾਣੀ ਦੀ ਲੋੜ ਨਹੀਂ, ਸਗੋਂ ਜਦੋਂ ਪਾਣੀ ਦੀ ਖਪਤ ਆ, ਜੇ ਵੇਸਟੇਜ ਘਟਦੀ ਆ ਤਾਂ ਖਪਤ ਆ ਜਿਹੜੀ ਪਾਣੀ ਦੀ ਪ੍ਰਤੀ ਘਰ ਪ੍ਰਤੀ ਵਿਅਕਤੀ ਉਹ ਜ਼ਿਆਦਾ ਨਹੀਂ, ਤੇ ਟਿਊਬਵੈੱਲ ਦੀ ਰਨਿੰਗ ਵੀ ਜ਼ਿਆਦਾ ਨਹੀਂ ਹੁੰਦੀ। ਉਸੇ ਪਾਣੀ ਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹੋਏ ਲੋਕਾਂ ਦੀ ਸ਼ਮੂਲੀਅਤ ਨਾਲ ਤੇ ਅਸੀਂ ਇਸ ਸਿੱਟੇ ਤੇ ਪਹੁੰਚ ਸਕਦੇ ਹਾਂ ਤੇ ਹਰ ਇੱਕ ਖਪਤਕਾਰ ਨੂੰ, ਹਰ ਇੱਕ ਪਿੰਡ ਵਾਸੀ ਨੂੰ ਸਹੀ ਪੀਣ ਵਾਲਾ ਪਾਣੀ ਮਿਲ ਸਕਦਾ, ਕੋਈ ਫਾਲਤੂ ਪਾਣੀ ਦੀ ਲੋੜ ਨਹੀਂ ਪੈਂਦੀ। ਦੋਸਤੋ, ਮੈਂ ਤੁਹਾਡੇ ਨਾਲ ਗੱਲ ਖੁਸ਼ੀ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਜਦੋਂ ਸੁਖਮਿੰਦਰ ਸਿੰਘ ਜੀ ਨੇ ਲੰਬਾ ਸਮਾਂ ਬਤੌਰ ਨਿਗਰਾਨ ਇੰਜੀਨੀਅਰ ਜੌਬ ਕੀਤੀ, ਇਹਨਾਂ ਦੀ ਜਿਹੜੀ ਲੋਕਾਂ ਦੇ ਨਾਲ ਭਾਗੀਦਾਰੀ ਦੀ ਪਕੜ ਤੇ ਮਹਿਕਮੇ 'ਚ ਸੰਚਾਲਨ ਜਿਹੜਾ ਇੰਨਾ ਵਧੀਆ ਸੀਗਾ, ਜਿਹਦੀ ਬਦੌਲਤ ਇਹਨਾਂ ਨੂੰ ਫਖਰ ਮਿਲਿਆ। ਹਾਲੈਂਡ, ਅਮਰੀਕਾ, ਯਾਨੀ ਬਹੁਤ ਵਿਦੇਸ਼ ਘੁੰਮ ਕੇ ਇਹਨਾਂ ਨੇ ਪ੍ਰੈਜੈਂਟੇਸ਼ਨਾਂ ਕੀਤੀਆਂ, ਉੱਥੇ ਜਾ ਕੇ ਦੱਸਿਆ ਲੋਕਾਂ ਨੂੰ ਕਿ ਇਸ ਤਰ੍ਹਾਂ ਅਸੀਂ ਜਲ ਸਪਲਾਈ ਚਲਾ ਰਹੇ ਹਾਂ। ਤੇ ਉਹ ਲੋਕ ਵੀ, ਗੋਰੇ ਲੋਕ ਵੀ ਮੂੰਹ ਚੁੰਗਲਾ ਪਾ ਗਏ ਕਿ ਪੰਜਾਬ ਦੇ ਪਿੰਡਾਂ ਵਿੱਚ 24 ਘੰਟੇ ਵਾਟਰ ਸਪਲਾਈ ਇਹਨਾਂ ਨੇ ਦਿਖਾਇਆ ਪ੍ਰੈਜੈਂਟੇਸ਼ਨ ਕਰਕੇ। ਸੋ ਇਹ ਮਾਣ ਵੀ ਇਹਨਾਂ ਦੇ ਹਿੱਸੇ ਹੁੰਦਾ ਤੇ ਮੈਂ ਤੁਹਾਡੇ ਵੱਲੋਂ, ਆਪਣੇ ਵੱਲੋਂ, ਵਿਭਾਗ ਵੱਲੋਂ ਧੰਨਵਾਦ ਕਰਨਾ ਚਾਹੂੰਗਾ ਸੁਖਮਿੰਦਰ ਸਿੰਘ ਜੀ ਦਾ ਤੇ ਗਾਂਧੀ ਜੀ ਦਾ। ਤੁਹਾਡੇ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ। ਘਰ ਘਰ ਨਲ, ਘਰ ਘਰ ਜਲ। ਸਤਿ ਸ਼੍ਰੀ ਅਕਾਲ ਜੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਅਸੀਂ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਤੁਹਾਡੇ ਵਿਭਾਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਜੋ ਨਵਾਂ ਉਪਰਾਲਾ ਵਿੱਢਿਆ ਆ ਪਿੰਡ ਗ੍ਰਾਮ ਪੰਚਾਇਤ ਅਤੇ ਜਲ ਅਤੇ ਸੈਨੀਟੇਸ਼ਨ ਕਮੇਟੀਆਂ ਬਣਾਉਣ ਦਾ, ਜਿਵੇਂ ਕਿ GPWSC, ਹਾਂ, ਸਾਨੂੰ ਇਹਦੇ ਬਾਰੇ ਭਰਪੂਰ ਜਾਣਕਾਰੀ ਦਿਓ। ਬਿਲਕੁਲ ਜੀ ਬਿਲਕੁਲ। ਮੈਂ ਤੁਹਾਨੂੰ ਇਸ ਬਾਰੇ ਦੱਸਣਾ ਚਾਹੁੰਦਾ ਕਿ ਜਿਹੜਾ GPWSC ਦਾ ਗਠਨ ਯਾਨੀ ਕਿ ਗ੍ਰਾਮ ਕਮੇਟੀਆਂ ਦਾ ਗਠਨ 2007 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਸਾਡੀ ਕੋਸ਼ਿਸ਼ ਹੈ ਕਿ 2022 ਤੱਕ ਘਰ ਘਰ ਨਲ ਤੇ ਘਰ ਘਰ ਜਲ ਦੀ ਇਹ ਸਕੀਮ ਪੂਰੀ ਕਰ ਲਈ ਜਾਵੇ। ਕੀ ਬਾਤ ਹੈ ਜੀ, ਇਹ ਤਾਂ ਬਹੁਤ ਵੱਡਾ ਉਪਰਾਲਾ ਤੁਹਾਡਾ। ਤੇ ਸਾਨੂੰ ਇਹ ਜਾਣਕਾਰੀ ਦਿਓ ਕਿ ਇਹਨਾਂ ਕਮੇਟੀਆਂ ਦਾ ਗਠਨ ਕਿਵੇਂ ਹੋਵੇਗਾ ਤੇ ਇਹਨਾਂ ਦੀ ਜ਼ਿੰਮੇਵਾਰੀ ਕੀ ਹੋਵੇਗੀ ਤੇ ਇਹਨਾਂ ਦੀ ਕਾਰਜ ਪ੍ਰਣਾਲੀ ਕਿਵੇਂ ਸ਼ੁਰੂ ਕੀਤੀ ਜਾਵੇਗੀ। ਬੜਾ ਹੀ ਵਾਜਿਬ ਸਵਾਲ ਕੀਤਾ ਜੀ ਇਹਨਾਂ ਨੇ। ਮੈਂ ਤੁਹਾਨੂੰ ਇਸ ਬਾਰੇ ਦੱਸਣਾ ਚਾਹੁੰਦਾ ਕਿ ਪਿੰਡ ਦੇ ਸਰਪੰਚ ਸਾਹਿਬ ਹੀ ਇਸ ਕਮੇਟੀ ਦੇ ਚੇਅਰਮੈਨ ਹੋਣਗੇ ਤੇ ਜੋ ਮਹਿਲਾ ਪੰਚ ਹੋਵੇਗੀ ਉਹਦਾ ਕਮੇਟੀ ਮੈਂਬਰ ਹੋਣਾ ਲਾਜ਼ਮੀ ਹੈ। ਇੱਕ ਮੈਂਬਰ ਅਨੁਸੂਚਿਤ ਜਾਤੀ ਦਾ ਤੇ ਇੱਕ ਮੈਂਬਰ ਸਾਬਕਾ ਫੌਜੀ ਵੀ ਹੋਵੇਗਾ ਤੇ ਬਾਕੀ ਸਾਰੇ ਮੈਂਬਰ ਪਿੰਡ ਵਿੱਚੋਂ ਹੀ ਲਏ ਜਾਣਗੇ। ਤੇ ਇੱਕ ਗੱਲ ਹੋਰ, ਕੋਸ਼ਿਸ਼ ਕਰੋ ਕਿ ਸੂਝਵਾਨ ਅਤੇ ਪੜ੍ਹੇ ਲਿਖੇ ਬੰਦੇ ਹੀ ਇਸ ਦੇ ਵਿੱਚ ਸ਼ਾਮਿਲ ਕੀਤੇ ਜਾਣ ਤਾਂ ਜੋ ਲਿਖਤ ਪੜ੍ਹਤ ਅਤੇ ਹਿਸਾਬ ਕਿਤਾਬ ਦਾ ਕੰਮ ਸਹੀ ਤਰੀਕੇ ਸਿਰ ਹੋ ਸਕੇ। ਜੀ ਸਾਹਿਬ, ਚਲੋ ਇਹ ਤਾਂ ਹੋਵੇ ਕਮੇਟੀ ਦੇ ਮੈਂਬਰ ਪਿੰਡਾਂ ਵਾਲੇ। ਤੁਸੀਂ ਇਹ ਦੱਸੋ ਵੀ ਤੁਹਾਡੇ ਵਿਭਾਗ ਦੇ ਵੱਲੋਂ ਕੀ ਸਹੂਲਤਾਂ ਮਿਲਣਗੀਆਂ? ਸਾਡੇ ਵੱਲੋਂ ਟੈਕਨੀਕਲ ਸਟਾਫ, ਮੌਜੂਦਾ ਜੇਈ ਸਾਹਿਬ, SDO ਸਾਹਿਬ ਅਤੇ ਤਕਨੀਕੀ ਸਹਾਇਕ ਤੁਹਾਡੀ ਸੇਵਾ ਲਈ ਹਮੇਸ਼ਾ ਹੀ ਉਪਲਬਧ ਰਹਿਣਗੇ। ਫਿਰ ਤਾਂ ਗ੍ਰਾਮ ਪੰਚਾਇਤ ਕਮੇਟੀ ਆਪਣੇ ਆਪ ਵਿੱਚ ਹੀ ਪੂਰੀ ਜਾਣਕਾਰੀ ਨਾਲ ਭਰਪੂਰ ਹੋਵੇਗੀ ਤੇ ਆਪਣੇ ਪਿੰਡ ਦੇ ਘਰ ਘਰ ਵਿੱਚ ਸ਼ੁੱਧ ਅਤੇ ਸਾਫ਼ ਪਾਣੀ ਪਹੁੰਚਾਉਣ ਵਿੱਚ ਕਾਮਯਾਬ ਹੋਵੇਗੀ। ਜੇ ਆਪਣੇ ਪਿੰਡਾਂ ਦੇ ਵਿੱਚ ਸ਼ੁੱਧ ਤੇ ਸਾਫ਼ ਪਾਣੀ ਪਹੁੰਚਾਇਆ ਜਾਵੇ ਤਾਂ ਉੱਥੇ ਬਿਮਾਰੀਆਂ ਨੂੰ ਠੱਲ ਪੈਂਦੀ ਹੈ। ਦੂਸ਼ਿਤ ਤੇ ਗੰਦਲਾ ਪਾਣੀ 80% ਦੀ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਸੇ ਲਈ ਪੰਚਾਇਤੀ ਰਾਜ ਐਕਟ ਧਾਰਾ 25 ਦੇ ਅਧੀਨ ਗ੍ਰਾਮ ਪੰਚਾਇਤ ਜਲ ਅਤੇ ਸੈਨੀਟੇਸ਼ਨ ਕਮੇਟੀਆਂ ਮਤਲਬ GPWSC ਦਾ ਗਠਨ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਅਤੇ ਇਹ ਸਫਲ ਵੀ ਹੋ ਰਿਹਾ ਹੈ ਅਤੇ ਇਹਨਾਂ ਕਮੇਟੀਆਂ ਵੱਲੋਂ ਜਲ ਸਪਲਾਈ ਦੀ ਇਹਨਾਂ ਸਕੀਮਾਂ ਨੂੰ ਬੜੀ ਕਾਮਯਾਬੀ ਦੇ ਨਾਲ ਚਲਾਇਆ ਵੀ ਜਾ ਰਿਹਾ ਹੈ। ਬਈ ਇਹ ਜਾਣਕਾਰੀ ਹਾਸਲ ਕਰਕੇ ਮੈਨੂੰ ਤੇ ਤੁਹਾਨੂੰ ਵੀ ਖੂਬ ਲਾਭ ਹਾਸਲ ਹੋਇਆ ਹੋਣਾ। ਤੁਸੀਂ ਵੀ ਹੁਣ ਦੇਰ ਨਾ ਲਾਓ, ਆਪਣੇ ਪਿੰਡਾਂ ਦੇ ਐਕਸ਼ਨ ਪਲਾਨ ਤਿਆਰ ਕਰੋ ਜਿਹਨੂੰ ਕਿ VAP ਕਹਿੰਦੇ ਨੇ। ਇਸ ਪਲਾਨ ਵਿੱਚ ਪਿੰਡਾਂ ਦੇ ਸਾਰੇ ਘਰ ਤੇ ਸਾਂਝੀਆਂ ਥਾਵਾਂ ਨੂੰ ਕਵਰ ਕਰੋ ਤੇ ਇੱਕ ਨਿਰੋਲ ਕਮੇਟੀ ਦਾ ਗਠਨ ਕਰੋ। ਗ੍ਰਾਮ ਪੰਚਾਇਤ ਅਤੇ ਜਲ ਅਤੇ ਸੈਨੀਟੇਸ਼ਨ ਕਮੇਟੀ GPWSC ਦਾ ਖਾਤਾ ਖੁਲਵਾਓ ਅਤੇ ਬਣਦਾ ਲਾਭਪਾਤਰੀ ਇਕੱਠਾ ਕਰੋ। ਸਮੇਂ-ਸਮੇਂ ਸਿਰ ਵਿਭਾਗਾਂ ਵੱਲੋਂ ਜਾਗਰੂਕਤਾ ਅਤੇ ਸਮਰੱਥਾ ਵਿਕਾਸ ਦੀਆਂ ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲਓ ਅਤੇ ਹਰ ਮਹੀਨੇ ਕਮੇਟੀ ਦੀ ਮਹੀਨਾਵਾਰ ਮੀਟਿੰਗ ਕਰੋ। ਕੋਸ਼ਿਸ਼ ਕਰੋ ਕਿ ਹਰ ਅਹੁਦੇਦਾਰ ਜਾਂ ਮੈਂਬਰ ਆਪਣੀ ਭਾਗੀਦਾਰੀ ਜ਼ਿੰਮੇਵਾਰੀ ਅਨੁਸਾਰ ਆਪਣਾ ਰੋਲ ਸਹੀ ਨਿਭਾਵੇ, ਤਾਂ ਹੀ ਅਸੀਂ ਸਹੀ ਟੀਚੇ ਤੇ ਪੁੱਜ ਸਕਦੇ ਹਾਂ। ਘਰ ਘਰ ਨਲ, ਘਰ ਘਰ ਜਲ। ਦੋਸਤੋ, ਤੁਸੀਂ ਵੇਖ ਰਹੇ ਆ ਜਲ ਸਪਲਾਈ ਵਿਭਾਗ ਦਾ ਹਫ਼ਤਾਵਾਰੀ ਪ੍ਰੋਗਰਾਮ ਜਲ ਹੈ ਤਾਂ ਕੱਲ੍ਹ ਹੈ।
ਪੇਸ਼ ਕਰ ਰਹੇ ਹਾਂ ਤਾਂ ਦੂਜਾ ਭਾਗ ਜਿਹਦਾ ਸਿਰਲੇਖ ਹੈ ਹਰ ਘਰ ਨਲ ਹਰ ਘਰ ਜਲ। ਦੋਸਤੋ, ਇਸ ਸੈਗਮੈਂਟ ਤੇ ਤੁਹਾਨੂੰ ਅਸੀਂ ਲੈ ਕੇ ਜਾਂਦੇ ਹਾਂ ਪਿੰਡਾਂ 'ਚ। ਅੱਜ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਮੁਹਾਲੀ ਵਾਲੇ ਮੁੱਖ ਦਫ਼ਤਰ 'ਚ, ਤੇ ਉੱਥੇ ਵਿਸ਼ੇ ਦੀਆਂ ਗੱਲਾਂ ਵੀ ਹੋਈਆਂ ਔਰ ਆਪਾਂ ਸਾਰੇ ਮਨਾ ਕੇ ਹਟੇ ਹਾਂ ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ। ਤੇ ਵਿਭਾਗ ਵੀ ਪਿੱਛੇ ਨਹੀਂ ਰਿਹਾ। ਵਿਭਾਗ ਨੇ ਆਪਣੇ ਸਾਰੇ ਮੁੱਖ ਦਫ਼ਤਰ ਦੇ ਫੀਲਡ ਦੇ ਅਧਿਕਾਰੀ ਸਾਹਿਬਾਨ, ਕਰਮਚਾਰੀ ਸਾਹਿਬਾਨ ਬੁਲਾ ਕੇ ਔਰ ਕੁਝ ਕਲਾਕਾਰ ਬੁਲਾ ਕੇ ਇੱਕ ਸਾਦਾ ਜਿਹਾ ਸੰਖੇਪ ਸਮਾਗਮ ਕੀਤਾ। ਲੋਹੜੀ ਤੇ ਜਲ ਦੀਆਂ ਗੱਲਾਂ ਹੋਈਆਂ, ਲੋਹੜੀ ਤੇ ਕੀ ਕੁਛ ਹੋਇਆ, ਪੇਸ਼ ਕਰ ਰਹੇ ਹਾਂ ਉਸ ਸੰਖੇਪ ਸਮਾਗਮ ਤੇ ਇੱਕ ਰਿਪੋਰਟ। ਉਹ ਸੁੰਦਰ ਮੁੰਦਰੀਏ ਉਹ ਕਿਹੜਾ ਕੌਣ ਵਿਚਾਰਾ ਉਹ ਦੁੱਲਾ ਪੱਟੀ ਵਾਲਾ ਦੁੱਲੇ ਨੇ ਧੀ ਵਿਆਹੀ ਉਹ ਫੇਰ ਚੱਕਰ ਪਾਈ ਕੁੜੀ ਦਾ ਚਾਲੂ ਪਾਟਾ ਚਾਲੂ ਕੌਣ ਬੇਟੇ ਚਾਚੇ ਨੇ ਚੂਰੀ ਕੁੱਟੀ ਉਹ ਜ਼ਮੀਂਦਾਰਾ ਲੁੱਟੀ। ਲੋਹੜੀ ਦੇ ਮੌਕੇ ਤੇ ਵਿਭਾਗ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਲਿਖਿਆ ਗਿਆ। ਇਸ ਮੌਕੇ ਜੋ ਅੱਜ ਦਾ ਵਿਸ਼ਾ ਹੈ ਉਸ ਵਿਸ਼ੇ ਤੇ ਚਰਚਾ ਕਰਦੇ ਹਾਂ 24/7 ਯਾਨੀ 24 ਘੰਟੇ ਵਾਟਰ ਸਪਲਾਈ ਤੇ ਆਪਣੇ ਵਿਚਾਰ ਜ਼ਿਲ੍ਹਾ ਜਲੰਧਰ ਤੋਂ ਪਿੰਡ ਚਲਾਂਗ ਦੀ ਸਰਪੰਚ ਔਰ ਜੋ ਉੱਥੋਂ ਦੀ ਗ੍ਰਾਮ ਪੰਚਾਇਤ ਜਲ ਤੇ ਸੈਨੀਟੇਸ਼ਨ ਕਮੇਟੀ ਦੀ ਚੇਅਰਪਰਸਨ ਵੀ ਆ ਮੈਡਮ ਗੁਰਪ੍ਰੀਤ ਕੌਰ ਨੇ ਆਪਣੇ ਵਿਚਾਰ ਕਿਵੇਂ ਰੱਖੇ, ਆਓ ਸੁਣੀਏ। ਸਾਡੀ ਜਿਹੜੀ ਵਾਟਰ ਸਪਲਾਈ ਦੀ ਸਕੀਮ ਹੈਗੀ ਆ, ਅਸੀਂ ਆਪਣੇ ਪਿੰਡ ਨੂੰ 24/7 ਜਿਹੜਾ ਆ ਉਹ ਸਪਲਾਈ ਦੇ ਰਹੇ ਆ ਤੇ ਕੋਈ ਵੀ ਸਾਨੂੰ ਕਿਸੇ ਪਿੰਡ ਵਾਸੀ ਨੂੰ ਮੁਸ਼ਕਲ ਨਹੀਂ ਆ ਰਹੀ ਤੇ ਲੋਕ ਬਹੁਤ ਖੁਸ਼ ਹੈਗੇ ਆ ਸਾਡੀ ਜਿਹੜੀ ਸਕੀਮ ਦੇ ਨਾਲ, ਉਹ ਬਹੁਤ ਜ਼ਿਆਦਾ ਸਹਿਮਤ ਹੈਗੇ ਆ। ਲੋਹੜੀ ਦੇ ਮੁਬਾਰਕ ਮੌਕੇ ਨੂੰ ਜਲ ਦੀ ਅਹਿਮੀਅਤ ਜੋੜਦਿਆਂ ਹੋਇਆਂ ਜਲੰਧਰ ਤੋਂ ਆਏ ਜੇਈ ਸਾਹਿਬ ਕਿਸ਼ੋਰ ਜੀ ਨੇ ਆਪਣੇ ਸਾਥੀ ਨਾਲ ਲੈ ਕੇ ਜਲ ਦੀ ਅਹਿਮੀਅਤ ਤੇ ਇੱਕ ਸਕਿੱਟ ਪੇਸ਼ ਕੀਤੀ ਤੇ ਸਮਾਗਮ ਵਿੱਚ ਆਪਣਾ ਰੰਗ ਲਾਉਂਦਿਆਂ ਕਿਸ਼ੋਰ ਜੀ ਦੇ ਸਾਥੀ ਨੇ ਇਹ ਕਹਿ ਕੇ ਹੋਰ ਰੰਗ ਬੰਨ੍ਹਤਾ ਕਿ ਲੋਹੜੀ ਧੀਆਂ ਦੀ ਮਨਾਉਣੀ ਹੋਰ ਵੀ ਅਹਿਮ ਹੈ। ਲੋੜੀਆਂ ਤੇ ਰੋੜੀਆਂ ਉਹਨਾਂ ਚਿਰ ਥੋੜੀਆਂ ਜਿੰਨਾ ਚਿਰ ਪੈਣੀਆਂ ਨਾ ਧੀਆਂ ਦੀਆਂ ਲੋੜੀਆਂ, ਜਿੰਨਾ ਚਿਰ ਪੈਣੀਆਂ ਨਾ ਧੀਆਂ ਦੀਆਂ ਲੋੜੀਆਂ। ਸਾਰੇ ਜਣੇ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅਮਿਤ ਤਲਵਾਰ ਸਰ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਰੀ ਟੀਮ ਨੂੰ ਡਿਪਾਰਟਮੈਂਟ ਆਫ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਤੇ ਬਾਲਮੁਕੰਦ ਸ਼ਰਮਾ ਸਰ ਜਿਨ੍ਹਾਂ ਕਰਕੇ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਉਹਨਾਂ ਦਾ ਤੇ ਕੁਲਦੀਪ ਗਾਂਧੀ ਸਰ ਇੱਥੇ ਭਾਰਤੀ ਮੈਮ ਤੇ ਜਿੰਨੇ ਵੀ ਸਾਰਾ ਸਟਾਫ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਤੇ ਸਾਰੇ ਜਣੇ ਇੱਕ ਵਾਰ ਲੋਹੜੀ ਕਰਕੇ ਤੇ ਇਸ ਪ੍ਰੋਗਰਾਮ ਕਰਕੇ ਤਾੜੀ ਲਗਾ ਦਿਓ ਜੀ। ਜ਼ਿੰਦਗੀ 'ਚ ਕੋਈ ਵੀ ਕੌਮ ਹੈ ਜਦੋਂ ਸਿੱਖ ਲੈਂਦੀ ਹੈ ਮੈਨੂੰ ਲੱਗਦਾ ਹੁੰਦਾ ਹੈ ਕਿ ਉਹਨੂੰ ਵੇਖ ਲੈਣਾ ਚਾਹੀਦਾ ਕਿ ਆਪਣੇ ਔਰਤ ਨੂੰ ਕੀ ਦਰਜਾ ਦਿੰਦੀ ਹੈ ਤਾਂ ਉਹੀ ਕੌਮ ਚੜ੍ਹਦੀ ਕਲਾ 'ਚ ਰਹਿੰਦੀ ਹੈ। ਅੱਜ ਮੈਂ ਤਲਵਾਰ ਨੂੰ ਮਿਲ ਕੇ ਬਹੁਤ ਹੀ ਮਨ ਖੁਸ਼ ਹੋਇਆ ਹੈ ਕਿਉਂਕਿ ਸਾਡੀਆਂ ਧੀਆਂ 'ਚ ਮੈਂ ਸਮਝਦੀ ਹਾਂ ਪੰਜਾਬਣਾਂ 'ਚ ਬਹੁਤ ਕਾਬਲੀਅਤ ਹੈ। ਉਹ ਆਪਣੀ ਜਗ੍ਹਾ 'ਤੇ ਜਿੱਥੇ ਵੀ ਹੋਣ ਤਾਂ ਸਾਡੀ ਕੌਮ ਬੁਲੰਦੀਆਂ 'ਤੇ ਲੈ ਕੇ ਜਾ ਸਕਦੀਆਂ ਨੇ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਔਰ ਲੋਹੜੀ ਦੇ ਮੌਕੇ ਤੇ ਜਿੱਥੇ ਵਧਾਈ ਦਿੰਦੀ ਹਾਂ। ਸੋ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੁਗ ਜੁਗ ਜਿਉਣ ਮੇਰੇ ਦੇਸ਼ ਦੀਆਂ ਸਾਰੀਆਂ ਹੀ ਜੋੜੀਆਂ, ਤਾਈਓ ਅਸੀਂ ਮਨਾਵਾਂਗੇ ਖੁਸ਼ੀ ਨਾਲ ਲੋਹੜੀਆਂ। ਬਹੁਤ ਬਹੁਤ ਵਧਾਈ ਦਿੰਦੀ ਹਾਂ। ਹਰ ਇੱਕ ਮੋੜ ਤੇ ਔਰਤ ਦਾ ਹਰ ਇੱਕ ਕਿਰਦਾਰ ਲਸਾਨੀ ਏ, ਸਿੱਖ ਧਰਮ ਵਿੱਚ ਔਰਤ ਦੀ ਬਹੁਤ ਵੱਡੀ ਕੁਰਬਾਨੀ ਏ। ਸਾਡੇ ਮੁੱਖ ਮਹਿਮਾਨ ਮੈਡਮ ਜਸਪ੍ਰੀਤ ਤਲਵਾਰ ਜੀ ਜੋ ਕਿ ਸਾਡੇ ਡਿਪਾਰਟਮੈਂਟ ਨੂੰ ਬਹੁਤ ਯੋਗ ਅਗਵਾਈ ਦੇ ਰਹੇ ਨੇ ਔਰ ਸਾਡਾ ਡਿਪਾਰਟਮੈਂਟ ਦਿਨੋਂ ਦਿਨ ਨਵੀਆਂ ਪਲਾਂਘਾਂ ਪੁੱਟਦਾ ਜਾ ਰਿਹਾ ਹੈ ਔਰ ਉਨੀ ਹੀ ਸ਼ਿੱਦਤ ਨਾਲ ਸਾਡੇ ਅੰਤਰਕ HOD ਸਾਹਿਬ ਸ਼੍ਰੀ ਅਮਿਤ ਤਲਵਾਰ ਜੀ ਜਿਨ੍ਹਾਂ ਦੀ ਡਾਇਰੈਕਟ ਗਾਈਡੈਂਸ ਅਧੀਨ ਅਸੀਂ ਕੰਮ ਕਰ ਰਹੇ ਹਾਂ। ਅੱਜ ਇੱਦਾਂ ਦਾ ਜਿਹੜਾ ਐਟਮੋਸਫੀਅਰ ਹੈ ਇਹ ਉਹਨਾਂ ਦੀ ਸੋਚ ਦਾ ਇੱਕ ਉਹਨਾਂ ਦੀ ਉਦਾਹਰਨ ਹੈਗੀ ਹੈ। ਵਿਭਾਗ ਦੇ ਮੁਖੀ ਸ਼੍ਰੀ ਅਮਿਤ ਤਲਵਾਰ ਜੀ IAS ਉਹਨਾਂ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਰੱਖੇ
ਲੋਹੜੀ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮਹਿਮਾਨ ਜਸਪ੍ਰੀਤ ਤਲਵਾੜ ਜੀ ਨੇ ਆਪਣੇ ਵਿਚਾਰ ਇੰਜ ਰੱਖੇ। ਅੱਜ ਇਸ ਮੌਕੇ ਤੇ ਮੇਰੇ ਖਿਆਲ ਮੈਂ ਜ਼ਿਆਦਾ ਨਹੀਂ ਬੋਲਾਂਗੀ, ਮੈਂ ਸਿਰਫ ਸਾਰਿਆਂ ਨੂੰ ਵਧਾਈ ਦੇਣਾ ਚਾਹਾਂਗੀ ਲੋਹੜੀ ਦੀ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਐਂਡ ਆਈ ਮਸਟ ਕੰਗ੍ਰੈਚੁਲੇਟ ਦ ਟੀਮ, ਸੋਸ਼ਲ ਟੀਮ ਨੂੰ, ਜਿਨ੍ਹਾਂ ਨੇ ਇੰਨਾ ਅੱਛਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸਾਰਿਆਂ ਨੇ ਮਿਲ ਕੇ ਔਰ ਸਾਰਿਆਂ ਨੇ ਇਕੱਠੇ ਮਿਲ ਕੇ। ਐਂਡ ਆਲਸੋ ਆਈ ਵੁੱਡ ਲਾਈਕ ਟੂ ਕੰਗ੍ਰੈਚੁਲੇਟ ਅਮਿਤ ਐਂਡ ਟੀਮ ਕਿ ਬਾਲਮੁਕੁੰਦ ਸ਼ਰਮਾ ਜੀ ਨੇ ਸਾਡੇ ਆਪਣੇ ਮਹਿਕਮੇ ਦੇ ਵਿੱਚੋਂ ਟੈਲੈਂਟਡ ਲੋਕਾਂ ਨੂੰ ਇੱਥੇ ਬੁਲਾ ਕੇ ਅੱਜ ਇਹ ਪ੍ਰੋਗਰਾਮ ਕਰਾਇਆ ਹੈ, ਜਿਹਦੇ ਵਿੱਚ ਕਈਆਂ ਨੂੰ ਪਾਰਟਿਸਿਪੇਟ ਕਰਨ ਦਾ ਮੌਕਾ ਵੀ ਮਿਲਿਆ ਹੈ। ਤੇ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਅਸੀਂ ਹਮੇਸ਼ਾ ਸਰਕਾਰੀ ਕੰਮ ਨੂੰ ਹੀ ਦੇਖਦੇ ਹਾਂ, ਅਸੀਂ ਕਦੀ ਇਸ ਐਂਗਲ ਤੋਂ ਜਾਂ ਕਲਚਰਲ ਐਂਗਲ ਤੋਂ ਨਹੀਂ ਦੇਖਿਆ ਕਿ ਅਸੀਂ ਆਪਣੇ ਹੀ ਆਫਿਸਰਸ ਤੋਂ ਸਟਾਫ ਤੋਂ ਉਹ ਚੀਜ਼ਾਂ ਕਰਾ ਸਕੀਏ ਜਿਹੜੀ ਅਸੀਂ ਬਾਹਰੋਂ ਕਰਾਉਂਦੇ ਹਾਂ। ਸੋ ਮਾਈ ਕੰਗ੍ਰੈਚੁਲੇਸ਼ਨ ਟੂ ਐਵਰੀਬਡੀ ਹੂ ਹੈਜ਼ ਸਮ ਟੂਡੇ ਡਨ ਦ ਪ੍ਰੋਗਰਾਮ। ਅੱਛਾ, ਧੰਨਵਾਦ ਬਿੱਟੀ ਜੀ ਦਾ ਵੀ ਜਿਹੜੇ ਇੱਥੇ ਆਏ ਤੇ ਜਿਹੜੇ ਬਾਕੀਆਂ ਨੇ ਵੀ ਇੱਥੇ ਗਾਇਆ। ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਏ। ਹੋ ਪਿੰਡ ਵਸੀਓ ਜਾਗੋ ਸਾਰੇ ਜਾਗੋ ਮਾਈ ਪਾਈ ਹੋ ਕਰ ਪਾਣੀ ਪਹੁੰਚਾਵਣ ਦੀ, ਹੋ ਕਰ ਪਾਣੀ ਪਹੁੰਚਾਵਣ ਦੀ ਬਾਗਣ ਵਿਉਤ ਬਣਾਈ। ਸ਼ੁੱਧ ਸਸਤਾ ਟੈਕੀ ਦਾ ਪਾਣੀ, ਸ਼ੁੱਧ ਸਸਤਾ ਟੈਕੀ ਦਾ ਪਾਣੀ, ਬਿਮਾਰੀਆਂ ਨੂੰ ਠੱਲ ਪਾਈ ਕਨੈਕਸ਼ਨ ਲਗਾ ਲੋ ਜੀ, ਉਹ ਹੈ ਦੇਰ ਲਗਾਈ ਕਨੈਕਸ਼ਨ ਲਗਾ ਲੋ ਜੀ, ਉਹ ਹੈ ਦੇਰ ਲਗਾਈ ਕਨੈਕਸ਼ਨ ਲਗਾ ਲੋ ਜੀ। ਉਹ ਪੰਪ ਬਿਨਾ ਹੀ ਪਾਣੀ ਕਰ ਵਿੱਚ ਪਹੁੰਚਾਉਣਾ, ਹੋ ਚੋਰੀ ਮਹਾ ਪਾਪ ਹੈ ਲੋਕੋ, ਹੋ ਚੋਰੀ ਮਹਾ ਪਾਪ ਹੈ ਲੋਕੋ, ਕਰ ਸਨੇਹਾ ਲਾਉਣਾ। ਉਹ ਜਲ ਹੀ ਜੀਵਨ, ਜੀਵਨ ਜਲ ਹੈ ਲੋਕਾਂ ਨੂੰ ਸਮਝਾਉਣਾ। ਆਓ ਰਲ ਮਿਲ ਕੇ ਪਾਣੀ ਪਊ ਬਚਾਉਣਾ, 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 ਆਓ ਰਲ ਮਿਲ ਕੇ। ਤੇ ਅਖੀਰ ਵਿੱਚ ਸਾਡੇ ਵਿਭਾਗ ਦੇ ਮੰਤਰੀ ਮੈਡਮ ਰਜਾ ਸੁਲਤਾਨਾ ਜੀ ਨੇ ਆਪਣਾ ਸੰਦੇਸ਼ ਭੇਜਿਆ। ਆਓ ਸੁਣੀਏ ਮੈਡਮ ਮੰਤਰੀ ਦਾ ਸੰਦੇਸ਼। ਲੋਹੜੀ ਤੇ ਮਾਘੀ ਦੇ ਤਿਉਹਾਰ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹਾਂ, ਕਿਉਂਕਿ ਲੋਹੜੀ ਦਾ ਤਿਉਹਾਰ ਖੁਸ਼ੀਆਂ ਭਰਿਆ ਹੁੰਦਾ ਹੈ। ਸਾਰਿਆਂ ਦੇ ਲਈ ਮੈਂ ਕਾਮਨਾ ਕਰਦੀ ਹਾਂ ਸਾਰੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਰਹਿਣ ਤੇ ਸਾਰੇ ਪਰਿਵਾਰ ਖੁਸ਼ ਰਹਿਣ। ਜਲ ਸਪਲਾਈ ਮਹਿਕਮੇ ਦੀ ਔਰਤਾਂ ਹੱਥ ਅਗਵਾਈ, ਅੰਬਰਾਂ ਤੱਕ ਪਹੁੰਚਾ ਦਿੱਤਾ ਵਿਭਾਗ